ਦੀਆਂ ਪੰਕਤੀਆਂ ਦੇ ਵਿੱਚ। ਸੁਣ ਪੰਡਿਤ ਕਰਮਾਕਾਰੀ, ਚਿਤ ਕਰਮ ਸੁਖ ਉਪਜੈ ਭਾਈ, ਸੋ ਆਤਮ ਤਤ ਵਿਚਾਰੀ। ਸੁਣ ਪੰਡਿਤ ਕਰਮਾਕਾਰੀ, ਇੱਥੇ ਪੰਡਿਤ ਦਾ ਅਰਥ ਕੇਵਲ ਉਹ ਬੋਧੀ ਵਾਲਾ ਪੰਡਿਤ ਹੀ ਨਹੀਂ। ਪੰਡਿਤ ਦਾ ਭਾਵ ਅਰਥ ਹੈ ਇਹ ਵਿਦਵਾਨ। ਧਾਰਮਿਕ ਗ੍ਰੰਥਾਂ ਦੀ ਜਿਹੜਾ ਕੋਈ ਜਾਣਕਾਰੀ ਰੱਖਦਾ ਹੈ, ਕੋਈ ਵਿਚਾਰ ਕਰਦਾ ਹੈ, ਉਸ ਪੜ੍ਹੇ ਲਿਖੇ ਵਿਦਵਾਨ ਪੰਡਿਤ ਨੂੰ ਸੰਬੋਧਨ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹ ਵਿਦਵਾਨ, ਤੂੰ ਕੇਵਲ ਧਰਮ ਦੇ ਕਰਮ ਕਰਕੇ ਕਰਮਕਾਂਡੀ ਤਾਂ ਨਹੀਂ ਬਣ ਗਿਆ। ਸੁਣ ਪੰਡਿਤ ਕਰਮਾਕਾਰੀ, ਕਰਮਾਕਾਰੀ ਦਾ ਭਾਵ ਕਿ ਕਰਮਕਾਂਡੀ ਪੰਡਿਤ ਸੁਣ। ਜੇ ਤੂੰ ਚਾਹੁੰਦਾ ਕਿ ਤੇਰੇ ਜੀਵਨ ਦਾ ਵੀ ਭਲਾ ਹੋਵੇ ਤੇ ਫਿਰ ਇੱਕ ਕੰਮ ਕਰੀ। ਜੇ ਕਰਮ ਕਰਨਾ ਹੀ ਚਾਹੁੰਦਾ ਤੇ ਕਰਮ ਉਹ ਕਰੇ ਜਿੰਦੇ ਤੋਂ ਸਦੀਵੀ ਸੁੱਖ ਮਿਲੇ। ਜਿਤ ਕਰਮ ਸੁਖ ਉਪਜੈ ਭਾਈ, ਫਿਰ ਉਹ ਕਰਮ ਕਿਹੜੇ ਨੇ ਜੀ ਜਿੱਥੋਂ ਸੁੱਖ ਉਪਜਦਾ ਹੈ। ਸਤਿਗੁਰੂ ਕਹਿੰਦੇ ਨੇ ਸੋ ਆਤਮ ਤਤ ਵਿਚਾਰੀ, ਅਸਲ ਵਿੱਚ ਉਹ ਤਤ ਦੇ ਵਿਚਾਰ ਹੈ, ਗੁਰੂ ਦੇ ਸ਼ਬਦ ਦੇ ਵਿਚਾਰ ਹੈ, ਜਿਹਨੇ ਤੇਰੇ ਆਤਮਿਕ ਜੀਵਨ ਨੂੰ ਸਦੀਵੀ ਸੁੱਖ ਦੇਣਾ ਹੈ। ਔਰ ਵਿਚਾਰ ਦਾ ਅਰਥ ਸਿਰਫ ਇੰਨਾ ਹੀ ਨਹੀਂ ਕਿ ਪੜ੍ਹ ਲਿਆ, ਯਾਦ ਕਰ ਲਿਆ ਤੇ ਕਹਿ ਦਿੱਤਾ ਸੀ ਵਿਚਾਰ ਕਰ ਲਈ। ਵਿਚਾਰ ਦਾ ਭਾਵ ਅਰਥ ਹੈ ਕਿ ਜੋ ਪੜ੍ਹਿਆ, ਜੋ ਸਮਝ ਵਿੱਚ ਆਇਆ, ਉਹਨੂੰ ਜੀਵਨ ਵਿੱਚ ਲੈ ਕੇ ਆ, ਜੀਵਨ ਉਸੇ ਤਰ੍ਹਾਂ ਦਾ ਬਣਾ। ਤੇ ਜੇ ਨਹੀਂ ਕੇਵਲ ਪੜ੍ਹ ਕੇ ਲੋਕਾਂ ਨੂੰ ਸੁਣਾਉਣਾ ਹੈ ਤੇ ਫਿਰ ਇਵੇਂ ਦੀ ਵਿਦਵਤਾ, ਇਵੇਂ ਦੀ ਪੜ੍ਹਾਈ, ਉਹ ਭਾਵੇਂ ਧਾਰਮਿਕ ਗ੍ਰੰਥਾਂ ਦੀ ਹੋਵੇ, ਗੁਰੂ ਸਾਹਿਬ ਜੀ ਕਹਿੰਦੇ ਨੇ ਕੇਵਲ ਤੇ ਕੇਵਲ ਫਿਰ ਕਰਮਕਾਂਡ ਬਣਦਾ ਹੈ। ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ ਕਿ ਅਸਲ ਵਿੱਚ ਕਰਮ ਸੰਸਾਰ ਦੇ ਵਿੱਚ ਮਨੁੱਖ ਜਿਹੜਾ ਵੀ ਕਰਦਾ ਨੇ, ਜਿਹਨੂੰ ਮਾੜੇ ਕਰਮ ਕਿਹਾ ਜਾਂਦਾ ਹੈ, ਉਹ ਕਰਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਪੰਜਾਂ ਦੇ ਵੱਸ ਹੋ ਕੇ ਕਰਦਾ ਹੈ। ਔਰ ਸਤਿਗੁਰੂ ਜੀ ਕਹਿੰਦੇ ਨੇ ਇਵੇਂ ਦੇ ਕਰਮ ਕਰਕੇ ਤੇ ਫਿਰ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਕੇ ਕਵੇ ਕਿ ਉਹ ਜਿਹੜੇ ਕਰਮ ਕੀਤੇ ਸਨ, ਪਾਪ ਕੀਤੇ ਸਨ, ਉਹ ਲੈ ਗਏ। ਫਿਰ ਇਹ ਨਿਰਾ ਹੀ ਕਰਮਕਾਂਡ ਹੈ। ਤੇ ਇਵੇਂ ਦਾ ਪੰਡਿਤ ਕਰਮਾਕਾਰੀ, ਕਰਮਕਾਂਡ ਕਰਨ ਵਾਲੇ ਇਸ ਗੱਲ ਨੂੰ ਧਿਆਨ ਵਿੱਚ ਰੱਖੀ ਕਿ ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੇ ਸਭੇ ਉਤਰੈ। ਤੇ ਅੱਗੇ ਤੀਰਥ ਤੇ ਬੈਠੇ ਹੋਏ ਨੂੰ ਵੀ ਕਹਿ ਦਿੱਤਾ ਕਿ ਤੇਰੇ ਪਾਪਾਂ ਤੇ ਲਕੀਰ ਫੇਰ ਦਿੱਤੀ ਹੈ, ਪਿਛਲੇ ਉਤਰ ਗਏ ਨੇ। ਉਹ ਵੀ ਕਰਮਕਾਂਡੀ। ਸਤਿਗੁਰੂ ਕਹਿੰਦੇ ਨੇ ਬਹੁਰ ਕਮਾਵੈ ਹੋਏ ਨਿਸੰਕ, ਜਪੁਰ ਬਾਦ ਖਰੇ ਕਲੰਕ। ਤੈਨੂੰ ਬੰਨ ਕੇ ਪੱਕਾ ਜਮਾ ਦੀ ਪੁਰੀ ਵਿੱਚ ਲਿਜਾਇਆ ਜਾਏਗਾ ਜੇ ਇਹਨਾਂ ਕਰਮਕਾਂਡਾਂ ਦੇ ਵਿੱਚ ਫਸ ਗਿਆ। ਕਈ ਵਾਰੀ ਮਨੁੱਖ ਸਮਝ ਵਿੱਚ ਬੈਠਦਾ ਕਿ ਇਹ ਜਿਹੜੇ ਮੈਂ ਧਰਮ ਦੇ ਕਰਮ ਕਰ ਰਿਹਾ ਹਾਂ, ਕੇਵਲ ਇਹ ਕਰਮ ਕਰਕੇ ਮੇਰਾ ਪਾਰ ਉਤਾਰ ਹੋ ਜਾਏਗਾ। ਗੁਰੂ ਸਾਹਿਬ ਜੀ ਨੇ ਅੱਜ ਰਹਾਉ ਦੀਆਂ ਪੰਕਤੀਆਂ 'ਚ ਸਪਸ਼ਟ ਕੀਤਾ ਹੈ ਵੀ ਜਿਤ ਕਰਮ ਸੁਖ ਉਪਜੈ ਭਾਈ, ਉਹ ਕਰਮ ਕਿਹੜਾ ਹੈ? ਸੋ ਆਤਮ ਤਤ ਵਿਚਾਰੀ, ਉਹ ਕੇਵਲ ਗੁਰੂ ਦੇ ਸ਼ਬਦ ਦੇ ਤਤ ਵਿਚਾਰ ਹੈ। ਨਹੀਂ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਧਰਮ ਦੇ ਕਰਮ ਲੋਕਾਂ ਨੇ ਬੜੇ ਕੀਤੇ, ਕਰ ਵੀ ਰਹੇ ਨੇ, ਕਰਦੇ ਵੀ ਰਹਿਣਗੇ। ਪਰ ਇਹ ਜਿਹੜੇ ਧਰਮ ਦੇ ਕੀਤੇ ਹੋਏ ਕਰਮ ਨੇ, ਅੱਜ ਪਹਿਲੀਆਂ ਪੰਕਤੀਆਂ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਭਾਵੇਂ ਕਿਸੇ ਤਰ੍ਹਾਂ ਦੀ ਮਨ ਵਿੱਚ ਕੋਈ ਆਸ ਰੱਖ ਕੇ ਕੀਤਾ ਜਾਏ, ਕੋਈ ਮਨਸਾ ਰੱਖ ਕੇ ਕੀਤਾ ਜਾਏ ਕਿ ਮੈਂ ਇਹ ਕਰਮ ਕਰਾਂਗਾ, ਮੇਰਾ ਇਹ ਕੰਮ ਪੂਰਾ ਹੋ ਜਾਏ। ਅਸਲ ਵਿੱਚ ਉਹ ਕੀਤੇ ਹੋਏ ਧਰਮ ਦੇ ਕਰਮ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਕਰਮਕਾਂਡ ਬਣ ਜਾਂਦੇ ਨੇ। ਇਵੇਂ ਦੇ ਕਰਮਕਾਂਡ ਬੰਧਨ ਬਣ ਜਾਂਦੇ ਨੇ। ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਹੁਣ ਕਰਮ ਧਰਮ, ਧਰਮ ਦੇ ਕਰਮ ਵੀ ਕਹਿੰਦੇ ਬੰਧਕਾਰੀ, ਬੰਧਨ ਬਣ ਜਾਂਦੇ ਨੇ। ਤੇ ਵਿਚਾਰ ਸਾਨੂੰ ਕਰਨੀ ਪਏਗੀ, ਧਰਮ ਦੇ ਕਰਮ ਫਿਰ ਨਹੀਂ ਕਰਨੇ ਚਾਹੀਦੇ।
ਗੁਰੂ ਸਾਹਿਬ ਜੀ ਕਹਿੰਦੇ ਨੇ ਕੋਈ ਆਸ ਰੱਖ ਕੇ, ਕੋਈ ਆਸਾ, ਕੋਈ ਮਨਸਾ ਧਾਰਨ ਕਰਕੇ ਕਰਮ ਕੀਤੇ ਹੋਣ ਕਿ ਮੇਰਾ ਇਹ ਕੰਮ ਹੋ ਜੇ ਤੇ ਮੈਂ ਇੰਨੇ ਦਿਨ ਕਰਾਂਗਾ ਧਰਮ ਦਾ ਕਰਮ, ਉਹ ਸੱਚਮੁੱਚ ਹੀ ਬੰਧਨ ਬਣਦਾ ਹੈ, ਉਹ ਸਗੋਂ ਬੰਨ੍ਹ ਕੇ ਰੱਖਦਾ ਹੈ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਕਹਿੰਦੇ ਨੇ ਤੀਰਥ ਵਰਤ ਅਰਦਾਨ ਕਰ, ਹੈ ਤੇ ਧਰਮ ਦੇ ਕਰਮ, ਪਰ ਇਹ ਬੰਧਨ ਕਦੋਂ ਬਣਦੇ ਨੇ? ਕਹਿੰਦੇ ਜਦੋਂ ਮਨ ਮੈਂ ਧਰੈ ਗੁਮਾਨ, ਮਨ ਦੇ ਵਿੱਚ ਮੈਂ ਆ ਜੇ ਕਿ ਮੈਂ ਧਰਮ ਦੇ ਇੰਨੇ ਕਰਮ ਕੀਤੇ, ਮੈਂ ਇੰਨੇ ਅਖੰਡ ਪਾਠ ਸਾਹਿਬ ਕਰਾਏ, ਸਾਲ ਦੇ ਵਿੱਚ ਇੰਨੇ ਸੁਖਮਣੀ ਸਾਹਿਬ ਕਰਵਾਏ, ਮੈਂ ਇੰਨੇ ਲੰਗਰ ਲਾਏ, ਅਸਲ ਵਿੱਚ ਇਹ ਧਰਮ ਦੇ ਕਰਮ ਕਾਢ ਬਣ ਗਏ ਔਰ ਤੇਰੇ ਜੀਵਨ ਨੂੰ ਇਹਨਾਂ ਨੇ ਬੰਨ੍ਹ ਕੇ ਰੱਖ ਲਿਆ, ਅੱਗੇ ਚੱਲਣ ਦਿੱਤਾ ਹੀ ਨਹੀਂ, ਬੰਧਨ ਹੀ ਬਣ ਗਏ, ਆਸਾ ਮਨਸਾ ਬੰਧਨ ਹੀ ਪਾਈ, ਦੋਵੇਂ ਬੰਧਨ ਬਣ ਗਏ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਇਵੇਂ ਦੇ ਕੀਤੇ ਹੋਏ ਧਰਮ ਦੇ ਕਰਮ ਬਿਲਕੁਲ ਉਸ ਤਰ੍ਹਾਂ ਦੇ ਜਿਵੇਂ ਹਾਥੀ ਨੂੰ ਕੋਈ ਜਿੰਨਾ ਮਰਜ਼ੀ ਖਰਖਰਾ ਫੇਰ ਕੇ ਨਵਾ ਲਵੇ, ਪਰ ਹਾਥੀ ਨਵਾਇਆ ਜਾਂ ਨਵਾਇਆ ਇੱਕੋ ਜਿਹੀ ਹੈ। ਉਹਨੇ ਉਸੇ ਵੇਲੇ ਆਪਣੇ ਸੁੰਡ ਦੇ ਨਾਲ ਮਿੱਟੀ ਘੱਟਾ ਗਾਰਾ ਚੁੱਕ ਕੇ ਫਿਰ ਉੱਤੇ ਪਾਉਣਾ ਕਿ ਨਵਾ ਲੈ, ਕਿੰਨਾ ਕੁ ਨਵਾਏਗਾ। ਇਹ ਕਰ ਲੈ ਧਰਮ ਦੇ ਕਰਮ ਕਿੰਨੇ ਕੁ ਕਰੇਗਾ, ਹੈ ਤੇ ਹਾਥੀ ਦੇ ਇਸ਼ਨਾਨ ਵਰਗੀ, ਕਿਸੇ ਕੰਮ ਨਹੀਂ ਆਉਂਦੇ। ਔਰ ਜਿੱਥੇ ਸਤਿਗੁਰੂ ਜੀ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਉਂਦੇ ਨੇ ਨਾ, ਅਨੇਕਾਂ ਉਦਾਹਰਨਾਂ ਦਿੰਦੇ ਨੇ, ਇਤਿਹਾਸ ਵਿੱਚ ਸਾਨੂੰ ਬਹੁਤ ਸਾਰੀਆਂ ਸਾਖੀਆਂ ਮਿਲਦੀਆਂ ਨੇ, ਔਰ ਸਾਖੀਆਂ ਹੁੰਦੀਆਂ ਸਿਰਫ ਇਸ ਕਰਕੇ ਨੇ ਕਿ ਸਾਨੂੰ ਹੋ ਸਕੇ ਕਿ ਸਾਖੀ ਤੋਂ ਸਮਝ ਪੈ ਜਾਏ ਕਿ ਧਰਮ ਦੇ ਕਰਮ ਕਰਨੇ ਤੇ ਚਾਹੀਦੇ ਨੇ, ਪਰ ਇਹ ਸਾਡੇ ਵਾਸਤੇ ਬੰਧਨ ਨਾ ਬਣ ਜਾਣ। ਤੇ ਬੰਧਨ ਉਦੋਂ ਬਣਦੇ ਨੇ ਜਦੋਂ ਉਹਨਾਂ ਕਰਮ ਕੀਤੇ ਹੋਏ ਕਰਮਾਂ ਦੇ ਉੱਤੇ ਵਿਸ਼ਵਾਸ ਵੀ ਨਾ ਹੋਵੇ ਤੇ ਗੁਰੂ ਤੇ ਪ੍ਰੀਤ ਤੇ ਪ੍ਰਤੀਤ ਵੀ ਨਾ ਹੋਵੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸਨ, ਤੋ ਇਸੇ ਤਰ੍ਹਾਂ ਇਹ ਕਹਿੰਦੇ ਕਿ ਮੇਰੇ ਵਰਗੇ ਕਰਮਕਾਂਡੀ ਵੀ ਆ ਗਏ, ਔਰ ਖਿਮਾ ਕਰਨਾ ਉਹ ਕਰਮਕਾਂਡੀ ਹੈ, ਭਾਵੇਂ ਕਥਾ ਹੋਵੇ, ਭਾਵੇਂ ਕੀਰਤਨ ਹੋਵੇ, ਭਾਵੇਂ ਅਖੰਡ ਪਾਠ ਹੋਵੇ, ਭਾਵੇਂ ਪਾਠ ਕਰਦਾ ਹੋਵੇ ਤੇ ਭਾਵੇਂ ਕਰਾਉਂਦਾ ਹੋਵੇ। ਜੇ ਉਸ ਵਿੱਚੋਂ ਕੋਈ ਸਿੱਖਿਆ ਲੈਣੀ ਨਹੀਂ, ਉਸ ਮੁਤਾਬਕ ਚੱਲਣਾ ਹੀ ਨਹੀਂ, ਫਿਰ ਤੋਂ ਸਿਰਫ ਕਰਮਕਾਂਡੀ ਹੈ। ਇਵੇਂ ਦੇ ਆਏ ਸਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਜਿਹੜੇ ਕੀਰਤਨ ਬੜਾ ਸੋਹਣਾ ਕਰਦੇ ਨੇ, ਆਵਾਜ਼ ਬੜੀ ਸੋਹਣੀ ਹੈ, ਔਰ ਸਤਿਗੁਰ ਦੇ ਚਰਨਾਂ ਵਿੱਚ ਆ ਕੇ ਉਹਨਾਂ ਨੇ ਸੰਗਤ ਵਿੱਚ ਕੀਰਤਨ ਕੀਤਾ, ਕੁਝ ਦਿਨ ਰਹੇ। ਸਿੱਖਾਂ ਵਿੱਚ ਜਿੱਥੇ ਵੀ ਖਲੋੜ ਕਹਿਣ ਸਾਡਾ ਗੁਰੂ ਦੇ ਚਰਨਾਂ ਦੇ ਵਿੱਚ ਪ੍ਰੀਤ ਬੜੀ ਹੈ। ਔਰ ਅਨੰਦਪੁਰ ਸਾਹਿਬ ਆ ਕੇ ਸਾਨੂੰ ਆਨੰਦ ਹੀ ਇੰਨਾ ਆਇਆ ਕਿ ਹੁਣ ਘਰ ਜਾਣ ਨੂੰ ਚਿੱਤ ਨਹੀਂ ਕਰਦਾ, ਨਾਲੇ ਉਹਨਾਂ ਸ਼ਬਦ ਪੜ੍ਹੀ ਜਾਣਾ, ਸਿੱਖਾਂ ਵਿੱਚ ਖਲੋ ਕੇ ਨਾਲੇ ਅੱਖਾਂ 'ਚੋਂ ਪਾਣੀ ਆਈ ਜਾਣਾ ਕਿ ਸਾਡੇ ਅੰਦਰ ਪ੍ਰੇਮ ਬੜਾ ਹੈ, ਵਿਰਾਗ ਕਰਕੇ ਪਾਣੀ ਆਉਂਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਜਾਣ, ਸ਼ਬਦ ਪੜ੍ਹਨ, ਅੱਖਾਂ 'ਚੋਂ ਪਾਣੀ ਕੱਢ ਲੈਣ, ਤੇ ਨਾਲੇ ਕਹਿਣ ਇੱਥੇ ਆ ਕੇ ਚਿੱਤ ਬੜਾ ਲੱਗਾ ਗੁਰੂ ਸਾਹਿਬ ਜੀ ਹੁਣ ਜਾਣ ਨੂੰ ਚਿੱਤ ਹੀ ਨਹੀਂ ਕਰਦਾ। ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ 2 ਵਾਰੀ ਕਿਹਾ ਵੀ ਕਿ ਭਾਈ ਕੋਈ ਗੱਲ ਨਹੀਂ, ਜਿੰਨੇ ਦਿਨ ਰਹਿਣਾ ਰਹੋ, ਜਾਣਾ ਤਾਂ ਆਖਰ ਘਰ ਹੀ ਹੈ। ਔਰ ਸਤਿਗੁਰੂ ਜੀ ਜਾਣਦੇ ਸਨ ਘਰ ਤੋਂ ਬਿਨਾਂ ਚਿੱਤ ਲੱਗਣਾ ਕਿੱਥੇ, ਕਿਉਂਕਿ ਕੇਵਲ ਕਰਮਕਾਂਡੀ ਸਨ। ਪਰ ਉਹਨਾਂ ਤੀਜੀ ਵਾਰੀ ਫਿਰ ਕਹਿ ਦਿੱਤਾ ਕਿ ਨਹੀਂ ਸਤਿਗੁਰੂ ਜੀ ਅਸੀਂ ਤੁਹਾਡੇ ਚਰਨਾਂ 'ਚ ਹੀ ਰਹਿਣਾ, ਸਾਡਾ ਚਿੱਤ ਹੀ ਨਹੀਂ ਕਰਦਾ ਜਾ। ਗੁਰੂ ਸਾਹਿਬ ਜੀ ਕਹਿੰਦੇ ਫਿਰ ਭਾਈ ਰਹੋ। ਔਰ ਸਾਖੀ ਆਪ ਜੀ ਨੇ ਪਹਿਲੋਂ ਵੀ ਸੁਣੀ, ਪਹਿਰੇਦਾਰਾਂ ਨੂੰ ਗੁਰੂ ਸਾਹਿਬ ਨੇ ਸੱਦਿਆ, ਉਹ ਜਿਹੜੇ 5-7 ਜਣੇ ਸਨ ਸਾਰਿਆਂ ਦੀ ਪਹਿਚਾਣ ਕਰਾਈ ਵੀ ਇਹਨਾਂ ਦੀ ਪਹਿਚਾਣ ਕਰ ਲਓ, ਸਾਰਿਆਂ ਨੂੰ ਕਹਿੰਦੇ ਇਹ ਗੁਰੂ ਘਰ ਤੋਂ ਬਾਹਰ ਜਾਣ, ਅਨੰਦਪੁਰ ਸਾਹਿਬ ਤੋਂ ਬਾਹਰ ਜਾਣ ਤੇ ਜਾਣ ਨਹੀਂ ਦੇਣਾ ਜਦੋਂ ਤੱਕ ਸਾਡਾ ਹੁਕਮ ਨਾ ਹੋਵੇ। ਹੁਣ 2-4 ਦਿਨ 5-7 ਦਿਨ ਰਹੇ, ਪਰ ਘਰ ਦੇ ਕੰਮ ਜਦੋਂ ਸਤਾਉਣ ਕਿ ਕਣਕ ਨੂੰ ਪਾਣੀ ਲੱਗਣ ਵਾਲਾ ਹੈ, ਸੁੱਕ ਜੇਗੀ। ਘਰ ਦਾ ਮੋਹ ਜਦੋਂ ਸਤਾਏ, ਹੁਣ ਜਾਈਏ ਕਿਵੇਂ ਤੇ ਗੁਰੂ ਤੋਂ ਆਗਿਆ ਕਿਵੇਂ ਲਈਏ? ਆਪ ਹੀ ਤਾਂ ਸਿੱਖਿਆ ਸੀ, ਹੁਣ ਜਾਣਾ ਹੀ ਨਹੀਂ, ਚਿੱਤ ਬੜਾ ਲੱਗਿਆ ਹੈ, ਕਹਿ ਵੀ ਨਹੀਂ ਸਕਦੇ, ਜਾਣ ਤੋਂ ਬਿਨਾਂ ਰਹਿ ਵੀ ਨਹੀਂ ਸਕਦੇ। ਇਹ ਅੰਮ੍ਰਿਤ ਵੇਲੇ ਆਪਣੇ ਝੋਲੇ ਚੁੱਕੇ ਤੇ ਜਾਣ ਲੱਗੇ।
ਪਹਿਰਾਦਾਰਾਂ ਨੇ ਰੋਕ ਲਿਆ ਵੀ ਤੁਸੀਂ ਨਹੀਂ ਜਾ ਸਕਦੇ, ਹੋਰ ਭਾਵੇਂ ਜਿਹੜਾ ਮਰਜ਼ੀ ਕੋਈ ਜਾਏ ਕੋਈ ਆਏ, ਗੁਰੂ ਸਾਹਿਬ ਦਾ ਹੁਕਮ ਹੈ। ਗੁਰੂ ਸਾਹਿਬ ਜੇ ਆਗਿਆ ਕਰਨਗੇ ਫਿਰ ਜਾਣ ਦਿਆਂਗੇ ਭਾਈ, ਗੁਰੂ ਸਾਹਿਬ ਤੋਂ ਪੁੱਛ ਲਓ ਜਾਣਾ ਕਿ ਨਹੀਂ। ਹੁਣ ਜਿਹੜੇ ਮੂੰਹ ਨਾਲ ਕਹਿੰਦੇ ਸਨ ਜਾਣਾ ਨਹੀਂ, ਕਿਵੇਂ ਪੁੱਛਣ? ਆਪਸ ਵਿੱਚ ਫਿਰ ਉਹ ਕਰਮਕਾਂਡੀ ਸਲਾਹ ਫਿਰ ਕਰ ਲਈ ਭਈ ਇੱਕ ਜਣਾ ਮਰਨ ਦਾ ਬਹਾਨਾ ਬਣਾਓ, ਫੱਟੇ ਤੇ ਪੈ ਜਾਓ, 4 ਜਣੇ ਚੁੱਕ ਲਓ ਤੇ ਸਵੇਰੇ ਸਵੇਰੇ ਨਿਕਲ ਜਾਵਾਂਗੇ, ਕਹਾਂਗੇ ਸੰਸਕਾਰ ਕਰਨ ਚੱਲੇ, ਪਰਤ ਗਿਆ ਪਾਉਣਾ ਹੀ। ਕਿਉਂਕਿ ਕਰਮਕਾਂਡੀ ਜਿਹੜਾ ਉਹਨੂੰ ਲੱਗਦਾ ਹੈ ਕਿ ਰੱਬ ਜਿਹੜਾ ਹੈ ਸ਼ਾਇਦ ਉਹ ਨਿਆਣਾ ਹੈ, ਜਿਹਨੂੰ ਬਾਬਾ ਕਬੀਰ ਜੀ ਨੇ ਪਾਵਨ ਬਚਨ ਵੀ ਕਹੇ ਨੇ, ਲੋਗਣ ਰਾਮ ਖਲੋਣਾ ਜਨ। ਬਾਬਾ ਕਬੀਰ ਜੀ ਕਹਿੰਦੇ ਨੇ ਐਵੇਂ ਦੇ ਧਰਮ ਦੇ ਕਰਮ ਕਰਕੇ ਲੋਕ ਤਾਂ ਹੋ ਸਕਦਾ ਖੁਸ਼ ਹੋ ਜਾਣ, ਲੋਕ ਭਤੀਜਾ ਕਛੂ ਨਾ ਹੋਵੇ, ਨਹੀਂ ਰੱਬ ਇਹ ਆਣਾ। ਉਹ ਰੱਬ ਗੁਰੂ ਕੋ ਨਿਆਣਾ ਥੋੜਾ ਭਾਈ ਤੁਸੀਂ ਛਲ ਕੇ ਚਲੇ ਜਾਓਗੇ ਤੇ ਗੁਰੂ ਸਾਹਿਬ ਜੀ ਜਾਣ ਦੇਣਗੇ। ਫੱਟਾ ਚੁੱਕਿਆ ਤੇ ਸ਼ਬਦ ਪੜ੍ਹਦੇ ਜਾਣ ਉੱਚੀ ਆਵਾਜ਼ ਵਿੱਚ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਜਦੋਂ ਗੁਰੂ ਸਾਹਿਬ ਜੀ ਪੁੱਛਦੇ ਨੇ ਭਾਈ ਇਹ ਕੌਣ ਨੇ, ਕੀ ਹੋ ਗਿਆ? ਤੇ ਇੱਕ ਨੇ ਬੋਲ ਕੇ ਕਹਿ ਦਿੱਤਾ ਸਤਿਗੁਰੂ ਜੀ ਉਹੀ ਨੇ ਜਿਹੜੇ ਕਹਿੰਦੇ ਸਾਨੂੰ ਚਿੱਤ ਨਹੀਂ ਕਰਦਾ ਜਾ, ਤੇ ਲੱਗਦਾ ਉਹਨਾਂ ਵਿੱਚੋਂ ਇੱਕ ਮਰ ਗਿਆ ਹੈ, ਸੰਸਕਾਰ ਕਰਨ ਚੱਲੇ ਨੇ। ਔਰ ਸਤਿਗੁਰੂ ਜੀ ਨੇ ਫਿਰ ਆਵਾਜ਼ ਮਾਰ ਕੇ ਬੁਲਾਇਆ, ਉੱਠ ਕੇ ਆਪ ਗਏ ਵੀ ਜੇ ਸਾਡੇ ਨਾਲ ਇੰਨਾ ਪਿਆਰ ਸਾਡੇ ਕੋਲ ਆ ਕੇ ਤੁਸੀਂ ਬਾਹਰ ਕਿਉਂ ਫਿਰ ਇੱਥੇ ਗੁਰੂ ਘਰ ਦੇ ਵਿੱਚ ਸੰਸਕਾਰ ਕਰਦੇ ਆ? ਬਥੇਰੀ ਥਾਂ ਬਾਹਰ ਕਰ ਦਿੰਦੇ ਆ, ਆਪਣੇ ਹੱਥੀਂ ਸੰਸਕਾਰ ਕਰਨੇ, ਰੱਖੋ ਇੱਥੇ ਹੀ। ਚਿਖਾ ਵੀ ਚੁਣ ਦਿੱਤੀ, ਫੱਟਾ ਵੀ ਥੱਲੇ ਰੱਖ ਲਿਆ। ਹੁਣ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਬੋਲਣ ਫਿਰ ਕੋਈ ਨਾ, ਪਰ ਜਿਹੜਾ ਫੱਟੇ ਤੇ ਪਿਆ ਹੋਇਆ ਉਹ ਸੋਚੇ ਕਿ ਹੁਣ ਬੋਲਣਗੇ, ਹੁਣ ਬੋਲਣਗੇ। ਪਰ ਜਦੋਂ ਚੁੱਕ ਕੇ ਚਿਖਾ ਦੇ ਉੱਤੇ ਰੱਖ ਦਿੱਤਾ ਫਿਰ ਨਿਰਿਆ ਗਿਆ। ਅੰਦਰ ਜਿਹੜਾ ਸੀ ਉਹ ਧੜਕਣਾ ਸ਼ੁਰੂ ਹੋ ਗਿਆ ਕਿ ਹੁਣ ਅੱਗ ਨਾ ਲਾ ਦੇਣ, ਉਧਰੋਂ ਲਾਂਬੂ। ਗੁਰੂ ਸਾਹਿਬ ਜੀ ਕਹਿੰਦੇ ਲੈ ਕੇ ਆਓ ਭਾਈ, ਸੰਸਕਾਰ ਆਪਣੇ ਹੱਥੀਂ ਕਰਨਾ। ਬਸ ਅਜੇ ਉੱਤੇ ਲੱਕੜਾ ਰੱਖਣੇ ਲੱਗੇ ਸਨ, ਛਾਲ ਮਾਰ ਕੇ ਉੱਠ ਗਿਆ ਤੇ ਭੱਜਿਆ। ਫਿਰ ਗੇਟ ਵਾਲੇ ਪਾਸੇ ਨੂੰ ਭੱਜਦੇ ਗਿਆ, ਗੁਰੂ ਸਾਹਿਬ ਜੀ ਨਾਲੇ ਹੱਸਦੇ ਨੇ ਤੇ ਨਾਲੇ ਕਹਿੰਦੇ ਨੇ ਭਾਈ ਸੱਚਮੁੱਚ ਇਹਦੀ ਤੇ ਓੜਕ ਨਿਭ ਗਈ ਹੈ, ਇਹ ਤਾਂ ਜਿਉਂਦੇ ਸਵਰਗਾਂ ਨੂੰ ਭੱਜਿਆ ਜਾਂਦਾ ਹੈ। ਔਰ ਇਹ ਵੇਖ ਕੇ ਉਹ ਸ਼ਰਮਸ਼ਾਰ ਵੀ ਹੋਏ, ਆਪਣੀ ਗਲਤੀ ਮੰਨੀ ਵੀ। ਪਰ ਜਿਹੜੇ ਕਰਮਕਾਂਡੀ ਹੁੰਦੇ ਨੇ ਅਸਲ ਵਿੱਚ ਉਹ ਗਲਤੀ ਮੰਨ ਕੇ ਫਿਰ ਵੀ ਨਹੀਂ ਮੰਨਦੇ, ਉਹ ਕਹਿੰਦੇ ਨੇ ਅਸੀਂ ਠੀਕ ਹਾਂ। ਨਾਲੇ ਕਹਿੰਦੇ ਨੇ ਸਤਿਗੁਰੂ ਜੀ ਅਸੀਂ ਭੁੱਲਣ ਅੰਦਰ ਹਾਂ, ਅਸੀਂ ਭੁੱਲ ਗਏ, ਪਰ ਤੁਸੀਂ ਤਾਂ ਬਖਸ਼ਣਹਾਰੇ ਸੀ, ਤੁਸੀਂ ਤਾਂ ਸਾਡੇ ਪਰਦੇ ਢੱਕ ਲੈਂਦੇ। ਫਿਰ ਰੋਂਦੇ ਨੇ ਕਿ ਨਾਲੇ ਬਾਣੀ ਦੇ ਵਿੱਚ ਸਤਿਗੁਰੂ ਜੀ ਕਹਿ ਕੇ ਗਏ ਨੇ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੁਖ ਪਾਪੀ ਪੜਦਾ। ਸਤਿਗੁਰੂ ਜੀ ਫਿਰ ਮੁਸਕਰਾ ਕੇ ਕਹਿੰਦੇ ਨੇ ਭਾਈ ਸੰਤ ਬਣੂ ਤੇ ਸਹੀ, ਕਰਮਕਾਂਡੀ ਤੇ ਨਾ ਬਣੂ, ਪਖੰਡੀ ਤੇ ਨਾ ਬਣੂ, ਗੁਰੂ ਤਾਂ ਪੜਦਾ ਰੱਖੇਗਾ। ਤੇ ਜੇ ਅੱਜ ਤੁਹਾਡਾ ਪਰਦਾ ਢੱਕਦਾ ਤੇ ਤੁਹਾਡਾ ਜੀਵਨ ਬਰਬਾਦ ਹੋ ਜਾਣਾ ਸੀ ਕਿ ਜਿਵੇਂ ਦਾ ਗੁਰੂ ਉਵੇਂ ਦੇ ਸੀ, ਜਿਵੇਂ ਦੇ ਅਸੀਂ ਉਵੇਂ ਦਾ ਸਾਡਾ ਗੁਰੂ। ਉੱਥੇ ਗੁਰੂ ਸਾਹਿਬ ਨੇ ਫਿਰ ਪਾਵਨ ਬਚਨ ਵੀ ਕਹੇ, ਕਹਿੰਦੇ ਪਏ ਇਹ ਜਿਹੜਾ ਤੁਸੀਂ ਸ਼ਬਦ ਪੜ੍ਹਦੇ ਔਖਾ ਜੋ ਪਾਣੀ ਆਉਂਦਾ, ਤੁਸੀਂ ਕਹਿੰਦੇ ਸਾਨੂੰ ਪਿਆਰ ਹੈ, ਪ੍ਰੇਮ ਹੈ, ਬਰਾਗ ਹੈ। ਉਹ ਰੱਬ ਕੋਈ ਨਿਆਣਾ ਥੋੜੀ ਰੋਣ ਦੇ ਨਾਲ ਖੁਸ਼ ਥੋੜੀ ਹੋ ਜਾਏਗਾ। ਸਤਿਗੁਰੂ ਜੀ ਨੇ ਉਦਾਹਰਨਾਂ ਵੀ ਦਿੱਤੀਆਂ, ਕਹਿੰਦੇ ਜੇ ਰੱਬ ਕੇਵਲ ਰੋਣ ਦੇ ਨਾਲ ਖੁਸ਼ ਹੁੰਦਾ ਤੇ ਫਿਰ ਤਾਂ ਪਿੰਡ ਦੀਆਂ ਬੀਬੀਆਂ ਨੇ ਜਦੋਂ ਕੋਈ ਮੌਤ ਹੁੰਦੀ ਉਹ ਤਾਂ ਬੜਾ ਰੋਂਦੀਆਂ ਨੇ, ਉਹ ਰੋਂਦੀਆਂ ਵੀ ਚੰਗੀ ਲੈਤ ਦੇ ਵਿੱਚ ਨੇ। ਫਿਰ ਤੇ ਰੱਬ ਨੂੰ ਉਹਨਾਂ ਤੋਂ ਖੁਸ਼ ਸਭ ਤੋਂ ਪਹਿਲਾਂ ਹੋਣਾ ਸੀ ਕਿ ਰੋਂਦੀਆਂ ਬੜਾ ਸੋਹਣਾ ਨੇ। ਦੂਸਰੇ ਉਦਾਹਰਣ ਦਿੱਤੇ ਕਿ ਕੀਰਤਨ ਤੁਸੀਂ ਬੜਾ ਸੋਹਣਾ ਕਰਦੇ, ਜੇ ਕੇਵਲ ਰੱਬ ਕੀਰਤਨ ਤੇ ਗੁਰੂ ਖੁਸ਼ ਹੁੰਦਾ ਕਿ ਗਾਉਂਦੇ ਬੜਾ ਸੋਹਣਾ ਨੇ। ਫਿਰ ਤੇ ਆ ਜਿਹੜੇ ਪੰਛੀ ਨੇ, ਕਬੂਤਰ ਨੇ, ਕੋਇਲ ਵਰਗੇ ਪੰਛੀ ਬੜਾ ਮਿੱਠਾ ਗਾਉਂਦੇ ਨੇ, ਇਹ ਤਾਂ ਕਦੇ ਦੇ ਮੁਕਤ ਹੋ ਜਾਣੇ ਸਨ। ਉੱਥੇ ਗੁਰੂ ਸਾਹਿਬ ਜੀ ਨੇ ਪਾਵਨ ਬਚਨ ਕਹੇ, ਕਹਿੰਦੇ ਰੋਵਤ ਰੇਜੈ ਰੇਜ ਪਰੈ ਗੁਰਦੇਵ, ਕਹਿੰਦੇ ਮੂਵੇ ਕੋ ਰੋਵਤ ਗ੍ਰਾਮ ਕੇ ਨਾਰੇ,
ਕੀਰਤਨ ਤੇ ਜੋ ਰਿਜ ਪਰੈ, ਕੀਰਕ ਪੋਤ ਪੁਕਾਰ ਪੁਕਾਰੇ। ਜੇ ਉਹ ਇਵੇਂ ਕੁਛ ਹੁੰਦਾ ਤੇ ਕਹਿੰਦੇ ਨਹਾਵੈ ਦਾਦਰ ਰਿਜ ਪਰੈ। ਹੁਣ ਡੱਡੂ ਤੇ ਰਹਿੰਦੇ ਪਾਣੀ ਦੇ ਵਿੱਚ ਹੈ। ਨਹਾਵੈ ਦਾਦਰ ਮਨੋ ਸੁਬ੍ਰਿਸ਼ੈ, ਉਹ ਡੱਡੂ ਤੇ ਰਹਿੰਦੇ ਪਾਣੀ ਦੇ ਵਿੱਚ। ਜੇ ਇਵੇਂ ਦੇ ਕਰਮ ਕਾਂਡਾਂ ਨਾਲ ਖੁਸ਼ ਹੁੰਦਾ ਕਿ ਤੀਰਥ ਇਸ਼ਨਾਨ ਕਰ ਲਏ, ਸਾਡਾ ਪਾਪ ਧਰ ਹੋ ਗਿਆ, ਫਿਰ ਤੇ ਡੱਡੂ ਦਾ ਖਾਨਦਾਨ ਮੁਕਤ ਹੋ ਜਾਣਾ ਸੀ। ਨਾਲ ਹੀ ਕਹਿੰਦੇ ਨੇ ਬਾਨਰ ਜੰਗਲ ਬਾਸ ਬੰਡਾਰੀ, ਇਵੇਂ ਦੇ ਕਰਮ ਕਾਂਡ ਵੀ ਬਣਾ ਲੈਣਾ ਕਿ ਨੰਗੇ ਪੈਰੀ ਗੁਰੂ ਘਰ ਜਾਣਾ ਹੈ, ਨੰਗੇ ਪੈਰੀ ਯਾਤਰਾ ਕਰਨਾ, ਤਾਂ ਰੱਬ ਖੁਸ਼ ਹੋਏਗਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਬਾਂਦਰ ਤੇ ਰਹਿੰਦੇ ਨੰਗੇ ਪੈਰੀ ਨੇ, ਬਾਂਦਰ ਤੇ ਮੁਕਤ ਹੋਏ ਕੋਈ ਨਹੀਂ। ਇਹ ਕਰਮ ਕਾਂਡ ਸਾਡੇ ਵਿੱਚ ਵੀ ਆ ਗਏ ਨੇ ਜੀ, ਬਹੁਤ ਜ਼ਿਆਦਾ ਆ ਗਏ ਨੇ। ਔਰ ਦੇਖੋ ਕਈ ਵਾਰੀ ਬੇਨਤੀ ਵੀ ਕੀਤੀ ਹੈ, ਪਤਾ ਨਹੀਂ ਸਮਝ ਨਹੀਂ ਲੱਗਦੀ ਜਾਂ ਸਮਝਣਾ ਚਾਹੁੰਦੇ ਹੀ ਨਹੀਂ। ਕਰਮ ਕਾਂਡ ਤੇ ਹੈ ਹੀ ਨਾ, ਦੇਖ ਦੇਖ ਕੇ ਥੋੜਾ ਥੋੜਾ ਪਾਣੀ